ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਆਲੋਚਨਾ ਕਰਨ ਦਾ ਉਲਟ ਪ੍ਰਸ਼ੰਸਾ ਕਰਨਾ ਨਹੀਂ, ਮੁਆਫ ਕਰਨਾ ਹੁੰਦਾ ਹੈ। ਵਿਚਾਰਾਂ ਦੀ ਜੰਗ ਵਿੱਚ ਕਤਲ ਵਿਚਾਰਾਂ ਦਾ ਨਹੀਂ, ਲੋਕਾਂ ਦਾ ਹੁੰਦਾ ਹੈ। ਵਿਸ਼ਵਾਸ ਕਰਨਾ ਮਨ ਦੀ ਆਦਤ ਹੈ, ਸ਼ੱਕ ਕਰਨਾ ਵੀ ਮਨ ਦੀ ਆਦਤ ਹੈ। ਮਨ ਪਹਿਲਾਂ ਸ਼ੱਕ ਕਰਦਾ ਹੈ, ਫਿਰ ਵਿਸ਼ਵਾਸ ਕਰਦਾ ਹੈ। ਵਿਦਵਤਾ ਦੀ ਚਰਮ ਸੀਮਾ ਉਹ ਹੁੰਦੀ ਹੈ ਜਿੱਥੇ ਵਿਦਵਾਨ ਆਪਣੇ ਹੀ ਵਿਚਾਰਾਂ ਨੂੰ ਆਪ ਹੀ ਚੁਣੌਤੀ ਦੇਣ ਲੱਗ ਪਵੇ। ਮਨੁੱਖ ਦੀ ਕਲਪਨਾ ਆਨੰਦ ਤੋਂ ਆਨੰਦ ਵੱਲ ਨਹੀਂ, ਉਮੀਦ ਤੋਂ ਉਮੀਦ ਵੱਲ ਉੱਡਦੀ ਹੈ। ਜੇ ਕੋਈ ਕੱਲ ਕਹੀ ਗੱਲ ਨਾਲੋਂ ਅੱਜ ਵੱਖਰੀ ਗੱਲ ਕਰੇ ਤਾਂ ਇਹ ਦੋਸ਼ ਨਹੀਂ, ਗੁਣ ਹੈ, ਕਿਉਂਕਿ ਇਹ ਸਬੂਤ ਹੈ ਕਿ ਉਸ ਨੂੰ ਸੋਚਣ ਦੀ ਆਦਤ ਹੈ। ਮਨੁੱਖ ਗਿਣਤੀ ਮਿਣਤੀ ਰਾਹੀਂ ਆਲੇ ਦੁਆਲੇ ਤੇ ਨਿਯੰਤਰਣ ਕਰਦਾ ਹੈ। ਸੋਚਣ ਵਾਲਿਆਂ ਕੋਲ ਵਿਚਾਰ ਹੁੰਦੇ ਹਨ, ਬਾਕੀਆਂ ਕੋਲ ਪੱਖਪਾਤ ਹੁੰਦੇ ਹਨ। ਅਨੇਕਾਂ ਵਾਰ ਅਸੀਂ ਕਿਸੇ ਮੁੱਲਵਾਨ ਵਿਚਾਰ ਨੂੰ ਇਸ ਕਰਕੇ ਪ੍ਰਵਾਨ ਨਹੀਂ ਕਰਦੇ ਕਿਉਂਕਿ ਉਸ ਨੂੰ ਪ੍ਰਗਟਾਉਣ ਵਾਲਾ ਸਾਨੂੰ ਚੰਗਾ ਨਹੀਂ ਲੱਗਦਾ। ਵਿਚਾਰਾਂ ਦੇ ਯੁੱਧ ਵਿੱਚੋਂ ਹਿੰਸਾ ਨਹੀਂ, ਨਵੇਂ ਅਵਸਰ ਉਪਜਦੇ ਹਨ। ਵਿਗਿਆਨ ਵਿੱਚ ਮਹਾਨ ਉਹ ਨਹੀਂ ਜਿਸ ਨੂੰ ਕੋਈ ਨਵਾਂ ਅਤੇ ਮੁੱਲਵਾਨ ਵਿਚਾਰ ਪਹਿਲਾਂ ਫੁਰਿਆ ਹੋਵੇ। ਮਹਾਨ ਉਹ ਹੈ ਜਿਸ ਨੇ ਆਪਣੇ ਵਿਚਾਰ ਨਾਲ ਸੰਸਾਰ ਨੂੰ ਪਹਿਲਾਂ ਪ੍ਰਭਾਵਿਤ ਕੀਤਾ ਹੋਵੇ। ਤਾਕਤ ਅਤੇ ਧੋਖਾ ਜੰਗ ਦੇ ਹਥਿਆਰ ਹੁੰਦੇ ਹਨ। ਇਨਕਲਾਬ ਕੁਝ ਮਹੀਨੇ ਹੀ ਇਨਕਲਾਬ ਹੁੰਦਾ ਹੈ, ਫਿਰ ਤਾਨਾਸ਼ਾਹੀ ਆਰੰਭ ਹੋ ਜਾਂਦੀ ਹੈ। ਵਿਰੋਧੀ ਵਿਚਾਰਾਂ ਨੂੰ ਸੁਖਾਵੇਂ ਸ਼ਬਦਾਂ ਵਿੱਚ ਪ੍ਰਗਟਾਉਣ ਵਾਲੇ ਨੂੰ ਰਾਜਦੂਤ ਕਹਿੰਦੇ ਹਨ। ਵਿਚਾਰ ਵਿਦਵਾਨਾਂ ਦੀ ਪਕੜ ਵਿੱਚ ਹੁੰਦੇ ਹਨ, ਜਦੋਂ ਕਿ ਸਧਾਰਨ ਲੋਕ ਵਿਚਾਰਾਂ ਦੀ ਪਕੜ ਵਿੱਚ ਹੁੰਦੇ ਹਨ। ਵਿਗਿਆਨ ਦਾ ਹਰੇਕ ਤੱਥ ਇੱਕ ਉਦਾਹਰਣ ਵੀ ਹੁੰਦਾ ਹੈ। ਉਦਾਹਰਣ ਹੀ ਨਹੀਂ, ਉਹ ਇੱਕ ਪ੍ਰਯੋਗ ਵੀ ਹੁੰਦਾ ਹੈ। ਵਕਤ ਨੂੰ ਉਪਜਾਇਆ ਨਹੀਂ ਜਾ ਸਕਦਾ, ਪਰ ਮਿਲੇ ਹੋਏ ਵਕਤ ਨੂੰ ਮਹੱਤਵਪੂਰਨ ਜ਼ਰੂਰ ਬਣਾਇਆ ਜਾ ਸਕਦਾ ਹੈ। ਜਿਉਂ-ਜਿਉਂ ਵਿਗਿਆਨ ਸਾਡੇ ਘਮੰਡ ਨੂੰ ਘਟਾ ਰਿਹਾ ਹੈ, ਤਿਉਂ-ਤਿਉਂ ਇਹ ਸਾਨੂੰ ਤਾਕਤਵਰ ਵੀ ਬਣਾ ਰਿਹਾ ਹੈ। ਮਹਾਂਪੁਰਸ਼ਾਂ ਦੇ ਸਰੀਰ, ਮਨ ਅਤੇ ਆਤਮਾ ਇੱਕ ਸੁਰ ਹੁੰਦੇ ਹਨ। ਸਧਾਰਨ ਲੋਕਾਂ ਦੇ ਕੱਪੜੇ ਵੀ ਉਹਨਾਂ ਦੇ ਸਰੀਰ ਨਾਲ ਇੱਕ ਸੁਰ ਨਹੀਂ ਹੁੰਦੇ। ਵਿਚਾਰ ਭਾਵੇਂ ਨਿਰਪੱਖ ਹੀ ਹੋਣ, ਉਹਨਾਂ ਦੀ ਪੇਸ਼ਕਾਰੀ ਅਕਸਰ ਪੱਖਪਾਤ ਤੋਂ ਪ੍ਰੇਰਿਤ ਹੁੰਦੀ ਹੈ। ਜਿਹੜਾ ਵਿਚਾਰ ਸੰਕੀਰਨ ਵਿਅਕਤੀ ਦੇ ਦਿਮਾਗ ਵਿੱਚ ਇੱਕ ਵਾਰੀ ਵੜ ਜਾਵੇ, ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਜਿਸ ਕਿਸੇ ਦਾ ਵੀ ਢਿੱਡ ਉਸ ਦੇ ਕਾਬੂ ਵਿੱਚ ਨਹੀਂ, ਉਸ ਦਾ ਕੁਝ ਵੀ ਉਸ ਦੇ ਕਾਬੂ ਵਿੱਚ ਨਹੀਂ ਹੋਵੇਗਾ। ਕਬਾੜੀ ਆਪਣੇ ਕਬਾੜ ਨੂੰ ਵੰਡਿਆਉਂਦਾ ਅਤੇ ਗਾਹਕ ਨੂੰ ਹਮੇਸ਼ਾ ਛੁਟਿਆਉਂਦਾ ਹੈ। ਪ੍ਰੇਮ ਪੱਤਰ ਜੇ ਰਾਤੀ ਲਿਖਿਆ ਜਾਵੇ ਤਾਂ ਖੁੱਲ੍ਹ ਕੇ ਲਿਖਿਆ ਜਾਂਦਾ ਹੈ। ਕੁੱਤਾ ਰੱਖਣ ਦੀ ਮੌਜ ਇਹ ਹੈ ਕਿ ਮਾਲਕ ਭਾਵੇਂ ਕਿਤਨਾ ਵੀ ਮੂਰਖ ਹੋਵੇ, ਕੁੱਤਾ ਉਸ ਨੂੰ ਸਿਆਣਾ ਹੀ ਸਮਝਦਾ ਹੈ। ਆਰਥਿਕ ਨੀਤੀਆਂ ਦੇ ਕੇਂਦਰੀਕਰਨ ਕਦੇ ਸਫਲ ਨਹੀਂ ਹੁੰਦੇ ਕਿਉਂਕਿ ਆਰਥਿਕਤਾ ਗਿਆਨ ਆਧਾਰਿਤ ਹੈ ਅਤੇ ਗਿਆਨ ਦਾ ਕੇਂਦਰੀਕਰਨ ਸੰਭਵ ਨਹੀਂ ਹੁੰਦਾ। ਰਸੋਈ ਵਿੱਚ ਜੇ ਧੀਰਜ ਨਾ ਵਿਖਾਇਆ ਜਾਵੇ ਤਾਂ ਕੁਝ ਵੀ ਸਵਾਦ ਨਹੀਂ ਬਣਦਾ। ਜੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੋਵੇ ਤਾਂ ਉਮਰ ਭਾਵੇਂ ਵਧੀ ਜਾਵੇ, ਪਰ ਬੁੱਢੇ ਹੋਣ ਦਾ ਅਹਿਸਾਸ ਨਹੀਂ ਹੋਵੇਗਾ। ਚੰਗਾ ਅਧਿਆਪਕ ਵਿਦਿਆਰਥੀ ਨੂੰ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ, ਰਿਸ਼ਤਿਆਂ ਦੀ ਜਿਓਮੈਟਰੀ ਅਤੇ ਜ਼ਿੰਦਗੀ ਦਾ ਅਲਜਬਰਾ ਵੀ ਸਮਝਾਉਂਦਾ ਹੈ। ਜਿੱਥੇ ਪਿਆਰ ਭਰੀ ਪ੍ਰੇਰਨਾ ਹੋਵੇ, ਉੱਥੇ ਗਲਤੀਆਂ ਨਹੀਂ ਹੁੰਦੀਆਂ। ਅਧਿਆਪਕ ਦੇ ਹੱਥਾਂ ਵਿੱਚ ਵਿਦਿਆਰਥੀ ਦੀ ਕੱਚੀ ਮਿੱਟੀ ਭਾਂਤ-ਭਾਂਤ ਦੇ ਮਜ਼ਬੂਤ ਬਰਤਨ ਬਣ ਜਾਂਦੀ ਹੈ। ਅਧਿਆਪਕ ਦੇ ਹੱਥਾਂ ਵਿੱਚ ਵਿਦਿਆਰਥੀ ਦੀ ਕੱਚੀ ਮਿੱਟੀ ਭਾਂਤ-ਭਾਂਤ ਦੇ ਮਜ਼ਬੂਤ ਬਰਤਨ ਬਣ ਜਾਂਦੀ ਹੈ। ਭਾਵੇਂ ਠੀਕ ਰਸਤੇ ਤੇ ਹੀ ਹੋਈਏ, ਪਰ ਜੇ ਅਸੀਂ ਤੁਰਦੇ ਨਹੀਂ ਤਾਂ ਠੀਕ ਰਸਤੇ ਤੇ ਹੋਣ ਦਾ ਵੀ ਕੋਈ ਲਾਭ ਨਹੀਂ ਹੋਵੇਗਾ।
ਜਿਹੜੇ ਪਿਆਰ ਵਿੱਚੋਂ ਨਫਾ ਲੱਭਦੇ ਹਨ ਉਹ ਨਾ ਪਿਆਰ ਕਰਦੇ ਹਨ, ਨਾ ਹੀ ਉਹਨਾਂ ਨੂੰ ਪਿਆਰ ਮਿਲਦਾ ਹੈ। ਬਹਾਦਰੀ ਅਣਮੰਗੀਆਂ ਕੁਰਬਾਨੀਆਂ ਦਾ ਨਾਂ ਨਹੀਂ, ਬਹਾਦਰੀ ਖਤਰੇ ਦੀ ਗੰਭੀਰਤਾ ਨੂੰ ਸਮਝਣ ਅਤੇ ਢੁਕਵਾਂ ਕਦਮ ਚੁੱਕਣ ਵਿੱਚ ਹੁੰਦੀ ਹੈ। ਪਿਆਰ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਦੋਵੇਂ ਜਿੱਤਦੇ ਹਨ, ਪਰ ਜੇ ਹਾਰਨ ਤਾਂ ਹਾਰਦੇ ਵੀ ਦੋਵੇਂ ਹਨ। ਕੋਈ ਨਹੀਂ ਚਾਹੁੰਦਾ ਕਿ ਉਸਦੀ ਗਲਤੀ ਪਿੱਛੇ ਉਸਦੀ ਮਾਂ ਨੂੰ ਰੋਣਾ ਪਵੇ। ਸਧਾਰਨ ਅਧਿਆਪਕ ਬੋਲਦਾ ਹੀ ਹੈ, ਚੰਗਾ ਅਧਿਆਪਕ ਅਰਥ ਵੀ ਦੱਸਦਾ ਹੈ, ਚੰਗੇਰਾ ਅਧਿਆਪਕ ਸਮਝਾਉਂਦਾ ਵੀ ਹੈ, ਉੱਤਮ ਅਧਿਆਪਕ ਪ੍ਰੇਰਦਾ ਵੀ ਹੈ। ਕੁਝ ਵੀ ਕਰਨ ਤੋਂ ਪਹਿਲਾਂ ਢੁਕਵੀਂ ਤਿਆਰੀ ਕਰਨੀ ਸਫਲਤਾ ਦਾ ਭੇਤ ਹੁੰਦੀ ਹੈ, ਕਿਉਂਕਿ ਤਿਆਰੀ ਹੀ ਸਫਲ ਅਤੇ ਅਸਫਲ ਨੂੰ ਨਿਖੇੜਦੀ ਹੈ। ਮਨੁੱਖਾਂ ਵਾਂਗ ਪਸ਼ੂ ਪੰਛੀ ਉਦਾਸ ਨਿਰਾਸ਼ ਨਹੀਂ ਹੁੰਦੇ, ਕਿਉਂਕਿ ਉਹ ਕਦੇ ਕਿਸੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ। ਕਾਰੀਗਰੀ ਉਹ ਹੁੰਦੀ ਹੈ ਜਿਹੜੀ ਗਾਹਕ ਨੂੰ ਖਰੀਦ ਲਵੇ। ਚੰਗੀ ਚੀਜ਼ ਦੀ ਸ਼ਲਾਘਾ ਕਰਨੀ ਅਮੀਰੀ ਅਤੇ ਖੁਸ਼ਹਾਲੀ ਦਾ ਪ੍ਰਮਾਣ ਹੁੰਦੀ ਹੈ। ਜਿਨ੍ਹਾਂ ਕੋਲ ਕਲਪਨਾ ਨਹੀਂ ਹੁੰਦੀ, ਉਹਨਾਂ ਵਿੱਚ ਪਰਿਵਰਤਨ ਨਹੀਂ ਵਾਪਰਦਾ। ਜੇ ਜਿੱਤਣ ਜਾਂ ਹਰਾਉਣ ਦੀ ਇੱਛਾ ਨਾ ਹੋਵੇ ਤਾਂ ਗੱਲਬਾਤ ਹੀ ਰਹਿੰਦੀ ਹੈ, ਬਹਿਸ ਨਹੀਂ ਬਣਦੀ। ਕਈ ਗੀਤ ਸ਼ੋਰ ਕਾਰਨ ਸਿਰ ਉੱਪਰੋਂ ਲੰਘ ਜਾਂਦੇ ਹਨ, ਕਈ ਵਧੇਰੇ ਨੱਚਣ ਦਾ ਕਾਰਨ ਪੈਰਾਂ ਥੱਲੇ ਰੁਲ ਜਾਂਦੇ ਹਨ। ਜਦੋਂ ਤੱਕ ਮਰੀਜ਼ ਦੇ ਸਾਹਮਣੇ ਸਿਹਤਮੰਦ ਮਨੁੱਖ ਦਾ ਅਕਸ ਸਪਸ਼ਟ ਨਹੀਂ ਹੁੰਦਾ, ਉਹ ਬਿਮਾਰ ਹੀ ਰਹੇਗਾ। ਅਸੀਂ ਹਰ ਥਾਂ ਗੱਲਾਂ ਭਾਵੇਂ ਸਮੂਹ ਦੀਆਂ ਕਰਦੇ ਹਾਂ, ਪਰ ਜਿਉਣਾ ਵਿਅਕਤੀਗਤ ਪੱਧਰ ਤੇ ਚਾਹੁੰਦੇ ਹਾਂ। ਘੱਟ ਬੱਚਿਆਂ ਵਾਲੀਆਂ ਔਰਤਾਂ ਵੱਧ ਬੱਚਿਆਂ ਵਾਲੀਆਂ ਔਰਤਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੁੰਦੀਆਂ ਹਨ। ਜੇ ਤੁਹਾਨੂੰ ਹਰ ਵੇਲੇ ਕਿਸੇ ਨਾ ਕਿਸੇ ਨਾਲ ਪਿਆਰ ਹੋਵੇਗਾ ਤਾਂ ਤੁਸੀਂ ਵਿਆਹ ਨਹੀਂ ਕਰਵਾ ਸਕੋਗੇ। ਵਿਆਹ ਕਰਵਾਉਣ ਲਈ ਇਕੱਲਤਾ ਦਾ ਅਕੇਮਾ ਬੜਾ ਜ਼ਰੂਰੀ ਹੈ। ਰਸੋਈ ਇਸਤਰੀ ਦੀ ਪ੍ਰਯੋਗਸ਼ਾਲਾ ਹੈ। ਪਤਨੀ ਦੇ ਚਲੇ ਜਾਣ ਮਗਰੋਂ ਰਸੋਈ ਬੇਰੌਣਕੀ ਹੋ ਜਾਂਦੀ ਹੈ। ਰਸੋਈ ਦੀ ਬੇਰੌਣਕੀ ਜ਼ਿੰਦਗੀ ਦੀ ਰੌਣਕ ਨੂੰ ਪੂਰੀ ਤਰ੍ਹਾਂ ਕੁਚਲ ਦਿੰਦੀ ਹੈ। ਜੇ 10 ਵੀ ਕੱਪੜੇ ਧੋਣੇ ਹੋਣ ਤਾਂ ਇਸਤਰੀ ਧੋਂਦੀ ਹੈ। ਜੇ 500 ਧੋਣੇ ਹੋਣ ਤਾਂ ਪੁਰਸ਼ ਧੋਵੇਗਾ। 5-6 ਦਾ ਖਾਣਾ ਇਸਤਰੀ ਬਣਾਉਂਦੀ ਹੈ। ਜੇ 600 ਦਾ ਪੁਰਸ਼ ਬਣਾਵੇਗਾ। ਪੈਸੇ ਵਾਲੇ ਕੰਮ ਪੁਰਸ਼ ਕਰੇਗਾ, ਮੁਫਤ ਕੰਮ ਇਸਤਰੀ ਕਰਦੀ ਹੈ। ਦਿਲ ਤੱਕ ਪੁੱਜਣ ਦਾ ਰਾਹ ਅੱਖ ਵਿੱਚੋਂ ਲੰਘਦਾ ਹੈ। ਅਣਚਾਹੀ ਆਵਾਜ਼ ਨੂੰ ਰੌਲਾ ਕਿਹਾ ਜਾਂਦਾ ਹੈ। ਸਹੁੰ ਬੰਦੇ ਦੀ ਲਾਜ ਨਹੀਂ ਰੱਖਦੀ, ਬੰਦੇ ਨੇ ਸਹੁੰ ਦੀ ਲਾਜ ਰੱਖਣੀ ਹੁੰਦੀ ਹੈ। ਥਕਾਵਟ ਦੇ 3 ਕਾਰਨ ਹੁੰਦੇ ਹਨ: ਪੈਸੇ ਦੀ ਘਾਟ, ਹੌਸਲੇ ਦੀ ਘਾਟ ਅਤੇ ਪਿਆਰ ਦੀ ਘਾਟ। ਜੇ ਪਰਿਵਾਰ ਵਿੱਚੋਂ ਇੱਕ ਨੇ ਬਰਾਤ ਜਾਣਾ ਹੋਵੇ ਤਾਂ ਪੁਰਸ਼ ਜਾਵੇਗਾ। ਜੇ ਇੱਕ ਨੇ ਭੋਗ ਤੇ ਜਾਣਾ ਹੋਵੇ ਤਾਂ ਇਸਤਰੀ ਜਾਂਦੀ ਹੈ। ਪੁਰਸ਼ ਅਧਿਕਾਰ ਮਾਣਦਾ ਹੈ, ਇਸਤਰੀ ਕਰਤੱਵ ਪਾਲਦੀ ਹੈ। ਪਰਿਵਾਰ ਅਤੇ ਸਮਾਜ ਵਿਚਕਾਰ ਲੇਖਕ ਇਕੱਲਾ ਵਿਚਰਦਾ ਹੈ। ਉਸਦਾ ਇਕੱਲਾ ਹੋਣਾ ਉਸਦੇ ਲੇਖਕ ਬਣਨ ਦੀ ਪਹਿਲੀ ਸ਼ਰਤ ਹੈ। ਪਿੰਡਾਂ ਦੇ ਲੋਕ ਭੋਲੇ ਭਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਚਲਾਕ ਬਣਾਉਣ ਵਾਲੀਆਂ ਸ਼ਹਿਰੀ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ। ਇਮਾਨਦਾਰੀ ਨਾਲ ਤਾਸ਼ ਉਹੀ ਖੇਡੇਗਾ ਜਿਸ ਕੋਲ 4 ਜੱਕੇ ਹੋਣਗੇ। ਜੇਲ੍ਹ ਵਿੱਚ ਕੈਦ ਬੰਦਾ ਦੂਜੇ ਕੈਦੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜੇ ਬਟਨ ਨਾ ਹੁੰਦੇ ਤਾਂ ਹਰੇਕ ਨੂੰ ਢੇਰ ਕੋਝਾਪਣ ਵੇਖਣਾ ਪੈਣਾ ਸੀ। ਪ੍ਰਜਾਤੰਤਰ ਵਿੱਚ ਰਾਜ ਅਖਬਾਰਾਂ, ਟੈਲੀਵਿਜ਼ਨਾਂ ਦਾ ਹੁੰਦਾ ਹੈ। ਉਂਝ ਲੋਕ ਸਭਾ ਅਤੇ ਪ੍ਰਧਾਨ ਮੰਤਰੀ ਨੂੰ ਵੀ ਰਸਮ ਵਜੋਂ 5 ਸਾਲ ਲਈ ਚੁਣ ਲਿਆ ਜਾਂਦਾ ਹੈ। ਪੁਰਸ਼ ਉਸੇ ਇਸਤਰੀ ਦਾ ਪਿਆਰ ਜਿੱਤਣਾ ਚਾਹੁੰਦਾ ਹੈ ਜਿਹੜੀ ਨਾ ਨੁੱਕਰ ਕਰੇ। ਗੁੰਝਲਦਾਰ ਲੋਕ ਅਕਸਰ ਸਿੱਧੀਆਂ ਅਤੇ ਸਾਦੀਆਂ ਆਦਤਾਂ ਦੇ ਮਾਲਕ ਹੁੰਦੇ ਹਨ। ਪਿਆਰ ਵਿੱਚ ਸਚਿਆਰਿਆਂ ਨੂੰ ਕੇਵਲ ਦੁੱਖਾਂ ਦਾ ਹੀ ਗਿਆਨ ਹੁੰਦਾ ਹੈ। ਪਿਆਰ ਦੀਆਂ ਮੌਜਾਂ ਦੀਆਂ ਗੱਲਾਂ ਬੇਵਫਾ ਪ੍ਰੇਮੀ ਹੀ ਕਰਦੇ ਹਨ।
ਚੰਗੇ ਫੈਸਲੇ ਕਰਦਿਆਂ ਅਕਸਰ ਦੇਰ ਹੋ ਜਾਂਦੀ ਹੈ ਅਤੇ ਅਜਿਹੇ ਫੈਸਲਿਆਂ ਦਾ ਅਕਸਰ ਕੋਈ ਲਾਭ ਨਹੀਂ ਹੁੰਦਾ। ਅਜੋਕੇ ਸੰਸਾਰ ਵਿੱਚ ਤਲਾਕ ਵੀ ਸੰਜੋਗਾਂ ਨਾਲ ਮਿਲਦਾ ਹੈ, ਜੇ ਭਾਗਾਂ ਵਿੱਚ ਨਾ ਹੋਵੇ ਤਾਂ ਮਿਲਦਾ ਹੀ ਨਹੀਂ। ਅਜੋਕੇ ਪਤੀ ਪਤਨੀ ਇੱਕ ਦੂਜੇ ਨੂੰ ਸਮਝਣ ਤੋਂ ਇਲਾਵਾ ਹਰੇਕ ਚੀਜ਼ ਸਮਝਦੇ ਹਨ। ਜੇ ਪਤੀ ਨੂੰ ਖੋਦੀਏ ਤਾਂ ਵਿੱਚੋਂ ਪੁਰਾਤਨ ਪ੍ਰੇਮੀ ਦੀਆਂ ਨਿਸ਼ਾਨੀਆਂ ਲੱਭਣਗੀਆਂ। ਸੁਸਤ ਹਮੇਸ਼ਾ ਬੈਠ ਕੇ ਕੰਮ ਕਰਦੇ ਹਨ, ਉਹ ਬੈਠਦੇ ਵਧੇਰੇ ਹਨ ਅਤੇ ਕੰਮ ਕਦੇ ਕਦਾਈ ਕਰਦੇ ਹਨ। ਦੂਜਿਆਂ ਦੇ ਨੁਕਸ ਅਕਸਰ ਆਪਣੇ ਨੁਕਸਾਂ ਤੋਂ ਧਿਆਨ ਹਟਾਉਣ ਲਈ ਕੱਢੇ ਜਾਂਦੇ ਹਨ। ਪਹਿਲੀ ਨਜ਼ਰੇ ਹੋਣ ਵਾਲਾ ਹੀ ਪਿਆਰ ਹੁੰਦਾ ਹੈ, ਦੂਜੀ ਨਜ਼ਰੇ ਅਸਲੀਅਤ ਵਿਖਾਈ ਦੇ ਜਾਂਦੀ ਹੈ, ਸੋ ਪਿਆਰ ਸੰਭਵ ਨਹੀਂ ਰਹਿੰਦਾ। ਛੜਿਆਂ ਨੂੰ ਇਸਤਰੀਆਂ ਬਾਰੇ ਵਿਆਹਿਆਂ ਨਾਲੋਂ ਵੀ ਵਧੇਰੇ ਗਿਆਨ ਹੁੰਦਾ ਹੈ। ਜੇ ਇਵੇਂ ਨਾ ਹੁੰਦਾ ਤਾਂ ਛੜਿਆਂ ਨੇ ਵੀ ਵਿਆਹ ਕਰਵਾ ਲੈਣਾ ਸੀ। ਕਈਆਂ ਦੀ ਸ਼ਿਕਾਇਤ ਇਹ ਹੈ ਕਿ ਅੱਧੀ ਦੁਨੀਆ ਰੱਬ ਨੂੰ ਨਹੀਂ ਮੰਨਦੀ ਅਤੇ ਬਾਕੀ ਅੱਧੀ ਉਹਨਾਂ ਨੂੰ ਨਹੀਂ ਮੰਨਦੀ। ਅਜੋਕੇ ਯੁੱਗ ਦੇ ਹੀਰੋ ਉਹ ਨਹੀਂ ਜਿਹੜੇ ਫਿਲਮਾਂ ਵਿੱਚ ਕੰਮ ਕਰਦੇ ਹਨ, ਸਗੋਂ ਉਹ ਹਨ ਜਿਹੜੇ ਉਹਨਾਂ ਦੀਆਂ ਫਿਲਮਾਂ ਵੇਖਦੇ ਹਨ। ਕਈ ਲੇਖਕ ਆਪਣੀ ਸਮਕਾਲੀ ਪੀੜ੍ਹੀ ਨੂੰ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਪੁਸਤਕਾਂ ਅਕਸਰ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਉਹ ਜਿਨ੍ਹਾਂ ਨੂੰ ਕੋਈ ਨਹੀਂ ਪੜ੍ਹਦਾ ਅਤੇ ਦੂਜੀਆਂ ਉਹ ਜਿਹੜੀਆਂ ਕਿਸੇ ਨੂੰ ਨਹੀਂ ਪੜ੍ਹਨੀਆਂ ਚਾਹੀਦੀਆਂ। ਪ੍ਰੇਮਿਕਾ ਪਤਨੀ ਨਾਲੋਂ ਘੱਟ ਸ਼ਰਮਾਕਲ ਹੁੰਦੀ ਹੈ। ਪ੍ਰਜਾਤੰਤਰ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਮੂਰਖਾਂ ਦੀ ਪੂਜਾ ਹੁੰਦੀ ਹੈ। ਕਿਤਾਬਾਂ ਪੜ੍ਹਨ ਤੋਂ ਇਹ ਗਿਆਨ ਮਿਲਦਾ ਹੈ ਕਿ ਬਹੁਤ ਘੱਟ ਕਿਤਾਬਾਂ ਪੜ੍ਹਨ ਯੋਗ ਹੁੰਦੀਆਂ ਹਨ। ਬਹਾਦਰ ਉਹ ਹੈ ਜੋ ਉਦੋਂ ਸੱਚ ਬੋਲੇ ਜਦੋਂ ਜੇ ਅਸੀਂ ਹੁੰਦੇ ਅਸੀਂ ਝੂਠ ਬੋਲਣਾ ਸੀ। ਕਿਸੇ ਨੂੰ ਮੂਰਖ ਨਾ ਕਹੋ, ਉਸ ਤੋਂ ਪੈਸੇ ਉਧਾਰ ਲੈ ਲਵੋ। ਜੋ ਕਹਿਣਾ ਚਾਹੁੰਦੇ ਹੋ ਉਹ ਆਪੇ ਸਿੱਧ ਹੋ ਜਾਵੇਗਾ। ਕਦੇ ਕਦੇ ਕੋਈ ਸਿਆਣਾ ਬੰਦਾ ਵੀ ਲੋਕ ਸਭਾ ਵਿੱਚ ਪਹੁੰਚ ਜਾਂਦਾ ਹੈ। ਵਿਸ਼ਵਾਸ ਨਾਲ ਧਰਮ ਮਿਲਦਾ ਹੈ, ਕਿੰਤੂ ਪਰੰਤੂ ਕਰਨ ਨਾਲ ਗਿਆਨ ਮਿਲਦਾ ਹੈ। ਜ਼ਿੰਦਗੀ ਦੇ ਪਹਿਲੇ 100 ਸਾਲ ਬੜੇ ਹੀ ਔਖੇ ਹੁੰਦੇ ਹਨ। ਇਸਤਰੀ ਮੁਆਫ਼ ਤਾਂ ਕਰ ਦਿੰਦੀ ਹੈ ਪਰ ਭੁੱਲਦੀ ਨਹੀਂ। ਜਿਹੜਾ ਪੈਸੇ ਉਧਾਰ ਨਹੀਂ ਦਿੰਦਾ ਉਸਦੇ ਬਹੁਤੇ ਰਿਸ਼ਤੇਦਾਰ ਨਹੀਂ ਹੁੰਦੇ, ਕਿਉਂਕਿ ਉਸਨੂੰ ਬਹੁਤੇ ਰਿਸ਼ਤੇਦਾਰਾਂ ਦੀ ਲੋੜ ਹੀ ਨਹੀਂ ਪੈਂਦੀ। ਜੇ ਚੰਗੀਆਂ ਕਿਤਾਬਾਂ ਨਾਲ ਮਨੁੱਖ ਚੰਗਾ ਬਣ ਸਕਦਾ ਹੁੰਦਾ ਤਾਂ ਹੁਣ ਤੱਕ ਸੰਸਾਰ ਸਵਰਗ ਬਣ ਗਿਆ ਹੋਣਾ ਸੀ। ਹਰ ਕੰਮ ਕਰਨ ਦਾ ਇੱਕ ਸਹੀ ਅਤੇ ਇੱਕ ਗਲਤ ਢੰਗ ਹੁੰਦਾ ਹੈ। ਗਲਤ ਢੰਗ ਸੌਖਾ ਅਤੇ ਨੇੜੇ ਹੋਣ ਕਰਕੇ ਚੰਗਾ ਲੱਗਦਾ ਹੈ। ਰੱਬ ਸਾਨੂੰ ਬਣੇ ਬਣਾਏ ਰਿਸ਼ਤੇਦਾਰ ਦਿੰਦਾ ਹੈ, ਪਰ ਘਾਟਾਂ ਪੂਰਾ ਕਰਨ ਲਈ ਸਾਨੂੰ ਦੋਸਤ ਬਣਾਉਣ ਦੀ ਖੁੱਲ੍ਹ ਵੀ ਦਿੰਦਾ ਹੈ। ਮਾਪੇ ਇਸ ਲਈ ਹੁੰਦੇ ਹਨ ਤਾਂ ਕਿ ਘੱਟੋ ਘੱਟ ਕੋਈ ਤਾਂ ਹੋਵੇ ਜਿਨ੍ਹਾਂ ਪ੍ਰਤੀ ਬੱਚੇ ਲਾਪਰਵਾਹ ਹੋ ਸਕਣ। ਜੇ ਤੁਹਾਡੀ ਪਤਨੀ ਨੂੰ ਤੁਹਾਡੇ ਪ੍ਰਤੀ ਕੋਈ ਗਿਲਾ ਸ਼ਿਕਵਾ ਨਹੀਂ ਤਾਂ ਇਸ ਦਾ ਅਰਥ ਹੈ ਕਿ ਉਹ ਤੁਹਾਡੇ ਨਾਲ ਖੁਸ਼ ਨਹੀਂ ਹੈ। ਜੇ ਪਤੀ ਅਚਾਨਕ ਪਤਨੀ ਲਈ ਤੋਹਫ਼ੇ ਲਿਆਉਣ ਲੱਗ ਪਵੇ ਤਾਂ ਇਹ ਪਤੀ ਵੱਲੋਂ ਬਾਹਰ ਕੋਈ ਨਾਜਾਇਜ਼ ਰਿਸ਼ਤਾ ਉਸਾਰਨ ਦੇ ਯਤਨ ਦਾ ਸੰਕੇਤ ਹੁੰਦਾ ਹੈ। ਰੱਬ ਜਿਨ੍ਹਾਂ ਨੂੰ ਧਨ ਦੌਲਤ ਦਿੰਦਾ ਹੈ ਉਹਨਾਂ ਨੂੰ ਵੇਖ ਕੇ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਰੱਬ ਵੀ ਧਨ ਦੌਲਤ ਨੂੰ ਪਸੰਦ ਨਹੀਂ ਕਰਦਾ। ਜੀਵਨ ਦੀਆਂ ਸਾਰੀਆਂ ਮੁੱਖ ਘਟਨਾਵਾਂ ਜਨਮ, ਵਿਆਹ ਅਤੇ ਮੌਤ ਬਿਨਾਂ ਸੋਚੇ ਸਮਝੇ ਵਾਪਰਦੀਆਂ ਹਨ। ਹਰ ਪੁਸਤਕ ਦੇ ਆਰੰਭ ਵਾਲੇ ਪੰਨੇ ਸਭ ਤੋਂ ਮਗਰੋਂ ਲਿਖੇ ਜਾਂਦੇ ਹਨ। ਜੇ ਤੁਸੀਂ ਕਿਸੇ ਵੀ ਮੂਰਖ ਨੂੰ ਨਹੀਂ ਮਿਲਣਾ ਚਾਹੁੰਦੇ ਤਾਂ ਆਪਣਾ ਸ਼ੀਸ਼ਾ ਤੋੜ ਦੇਵੋ। ਜਦੋਂ ਲੋਕ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ ਤਾਂ ਕਾਰਟੂਨ ਬਣਾਉਣ ਵਾਲਿਆਂ ਦੀ ਮੌਜ ਬਣ ਜਾਂਦੀ ਹੈ। ਜਦੋਂ ਹਾਸਿਆਂ ਦੀ ਥਾਂ ਉਬਾਸੀਆਂ ਲੈ ਲੈਣ ਤਾਂ ਸਮਝੋ ਹਨੀਮੂਨ ਮੁੱਕ ਗਿਆ ਹੈ।
ਪਹਿਲਾਂ ਚੁੰਮਣ ਕਾਹਲ ਵਿੱਚ ਨਾ ਲਿਆ ਜਾਂਦਾ ਹੈ। ਦੂਜੇ ਲਈ ਮੰਗ ਅਤੇ ਤੀਜੇ ਲਈ ਤਰਲਾ ਕੀਤਾ ਜਾਂਦਾ ਹੈ ਅਤੇ ਬਾਕੀ ਸਾਰੇ ਚੁੰਮਣ ਬਰਦਾਸ਼ਤ ਕੀਤੇ ਜਾਂਦੇ ਹਨ। ਅਜੋਕਾ ਵਿਅਕਤੀ ਜਦੋਂ ਤੱਕ ਕਿਸੇ ਗੁਆਂਢ, ਸਮਾਜ, ਕੌਮ, ਧਰਮ ਜਾਂ ਦੇਸ਼ ਨੂੰ ਨਫ਼ਰਤ ਨਾ ਕਰੇ, ਉਹ ਪ੍ਰਸੰਨ ਨਹੀਂ ਹੁੰਦਾ। ਹਰੇਕ ਸਮਾਗਮ ਵਿੱਚ ਵਿਆਹੀਆਂ ਇਸਤਰੀਆਂ ਅਤੇ ਕੁਮਾਰੇ ਪੁਰਸ਼ ਵਾਤਾਵਰਣ ਨੂੰ ਸੁਹਾਵਣਾ ਬਣਾ ਦਿੰਦੇ ਹਨ, ਕਿਉਂਕਿ ਇਹ ਦੋਵੇਂ ਡਰ ਤੋਂ ਮੁਕਤ ਹੁੰਦੇ ਹਨ। ਕੁਮਾਰੀ ਲੜਕੀ ਨੂੰ ਕੇਵਲ ਇੱਕ ਪਤੀ ਚਾਹੀਦਾ ਹੁੰਦਾ ਹੈ, ਪਰ ਪਤੀ ਪ੍ਰਾਪਤ ਕਰਕੇ ਉਸ ਨੂੰ ਸੰਸਾਰ ਦੀ ਹਰ ਚੀਜ਼ ਚਾਹੀਦੀ ਹੁੰਦੀ ਹੈ। ਜੇ ਜ਼ਿੰਦਗੀ ਵਫਾ ਕਰੇ ਤਾਂ ਹਰੇਕ ਨਾਲ ਸਭ ਕੁਝ ਵਾਪਰਦਾ ਹੈ। ਰਾਜਨੀਤੀ ਇੱਕੋ ਇੱਕ ਖੇਤਰ ਹੈ ਜਿਸ ਵਿੱਚ ਲੋਕ ਯੋਗਤਾ ਤੋਂ ਬਿਨਾਂ ਹੀ ਪ੍ਰਸਿੱਧ ਹੋ ਜਾਂਦੇ ਹਨ। ਜਿਤਨੀਆਂ ਵਧੇਰੇ ਚੀਜ਼ਾਂ ਤੋਂ ਤੁਹਾਨੂੰ ਸ਼ਰਮ ਆਏਗੀ, ਉਤਨੇ ਹੀ ਵੱਧ ਸਤਿਕਾਰਯੋਗ ਤੁਸੀਂ ਹੁੰਦੇ ਜਾਵੋਗੇ। ਜਵਾਨੀ ਜ਼ਿੰਦਗੀ ਦਾ ਸਭ ਤੋਂ ਸੁਹਾਵਣਾ ਸਮਾਂ ਹੁੰਦੀ ਹੈ, ਪਰ ਲੋਕਾਂ ਦੀ ਬਹੁ ਗਿਣਤੀ ਇਸ ਸਮੇਂ ਨੂੰ ਬੱਚੇ ਪੈਦਾ ਕਰਨ ਵਿੱਚ ਗੁਆ ਦਿੰਦੀ ਹੈ। ਜੇ ਕੋਈ ਫਾਂਸੀ ਤੋਂ ਨਹੀਂ ਡਰਦਾ, ਉਸ ਨੂੰ ਫਾਂਸੀ ਲਾਉਣਾ ਫਜ਼ੂਲ ਹੈ। ਜਿਹੜੇ ਧਨ ਅਤੇ ਰੱਬ ਦੋਹਾਂ ਦੀ ਪੂਜਾ ਕਰਦੇ ਹਨ, ਉਹ ਥੋੜ੍ਹੇ ਚਿਰ ਮਗਰੋਂ ਹੀ ਐਲਾਨ ਕਰ ਦਿੰਦੇ ਹਨ ਕਿ ਰੱਬ ਕੋਈ ਨਹੀਂ। ਵਿਆਹ ਕਰਵਾਉਣਾ ਅਤੇ ਕੁਮਾਰੇ ਰਹਿਣਾ ਇੱਕ ਹੀ ਗੱਲ ਹੈ, ਕਿਉਂਕਿ ਦੋਵੇਂ ਹਾਲਤਾਂ ਵਿੱਚ ਪਛਤਾਉਣਾ ਪੈਂਦਾ ਹੈ। ਵਿਹਲੇ ਲੋਕ ਆਰਾਮ ਕਰਨ ਦੇ ਯਤਨ ਵਿੱਚ ਹੀ ਥੱਕ ਜਾਂਦੇ ਹਨ। ਜਦੋਂ ਤੱਕ ਦੇਸ਼ ਵਿੱਚੋਂ ਦੇਸ਼ ਭਗਤੀ ਦਾ ਭੂਤ ਨਹੀਂ ਨਿਕਲਦਾ, ਸੰਸਾਰ ਵਿੱਚ ਸ਼ਾਂਤੀ ਨਹੀਂ ਹੋ ਸਕਦੀ। ਪੁਰਸ਼ ਸੁਰੱਖਿਆ ਨਹੀਂ, ਸੁਤੰਤਰਤਾ ਦੇ ਚਾਹਵਾਨ ਹੁੰਦੇ ਹਨ। ਇਸਤਰੀਆਂ ਆਜ਼ਾਦੀ ਦੀਆਂ ਨਹੀਂ, ਸੁਰੱਖਿਆ ਦੀਆਂ ਚਾਹਵਾਨ ਹੁੰਦੀਆਂ ਹਨ। ਤਜਰਬਾ ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਪਛਾਣਨ ਅਤੇ ਪਛਤਾਵਾ ਕਰਨ ਦੀ ਜਾਂਚ ਸਿਖਾਉਂਦਾ ਹੈ। ਜੋ ਪੀੜ੍ਹੀ ਦਰ ਪੀੜ੍ਹੀ ਪੜ੍ਹਿਆ ਜਾਂਦਾ ਹੈ, ਉਹ ਲਿਖਣ ਤੋਂ ਪਹਿਲਾਂ ਅਨੇਕਾਂ ਵਾਰ ਸੋਚਿਆ ਗਿਆ ਹੁੰਦਾ ਹੈ। ਅਸੀਂ ਮੌਤ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਅਸੀਂ ਜੀਵਨ ਨੂੰ ਠੀਕ ਢੰਗ ਨਾਲ ਜੀਵਿਆ ਨਹੀਂ ਹੁੰਦਾ। ਜਿਹੜੇ ਬਹੁਤ ਬੋਲਦੇ ਹਨ, ਉਹ ਕਿਸੇ ਨਾਲ ਪਿਆਰ ਹੋਣ ਤੇ ਚੁੱਪ ਹੋ ਜਾਂਦੇ ਹਨ। ਮਨੁੱਖ ਵਾਂਗ ਰੱਬ ਨੂੰ ਮਰਨ ਦੀ ਸਹੂਲਤ ਪ੍ਰਾਪਤ ਨਹੀਂ। ਵੱਡੇ ਸ਼ਹਿਰਾਂ ਵਿੱਚ ਲੱਖਾਂ ਲੋਕ ਇਕੱਠੇ ਹੋ ਕੇ ਇਕੱਲਤਾ ਹੰਢਾ ਰਹੇ ਹਨ। ਪਹਾੜੀ ਰਸਤੇ ਤੇ ਜੇ ਖਾਣ ਲਈ ਪਕੌੜੇ ਹੋਣ ਅਤੇ ਪੀਣ ਲਈ ਚਾਹ ਹੋਵੇ ਤਾਂ ਪਹਾੜਾਂ ਦੇ ਦ੍ਰਿਸ਼ ਹੋਰ ਵੀ ਸੋਹਣੇ ਲੱਗਦੇ ਹਨ। ਅਜੇ ਤੱਕ ਫਿਲਾਸਫਰ ਵੀ ਨਹੀਂ ਜਾਣ ਸਕੇ ਕਿ ਬਾਂਦਰ ਨੂੰ ਬਣਾ ਕੇ ਰੱਬ ਮਨੁੱਖ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ। ਸਿਆਣੀ ਨਕਲ ਨੂੰ ਮੌਲਿਕਤਾ ਕਿਹਾ ਜਾਂਦਾ ਹੈ। ਕਈ ਬਹੁਤ ਉਦਾਸ ਹੋ ਕੇ ਗਾਉਣ ਲੱਗ ਪੈਂਦੇ ਹਨ ਅਤੇ ਸੁਣਨ ਵਾਲੇ ਉਹਨਾਂ ਤੋਂ ਵੀ ਵੱਧ ਉਦਾਸ ਹੋ ਜਾਂਦੇ ਹਨ। ਸਾਡਾ ਆਪਣਾ ਜੀਵਨ ਅਕਾਊ ਹੁੰਦਾ ਹੈ, ਇਸੇ ਕਰਕੇ ਅਸੀਂ ਦੂਜਿਆਂ ਦੇ ਜੀਵਨ ਵਿੱਚ ਦਿਲਚਸਪੀ ਲੈਂਦੇ ਹਾਂ। ਮੌਤ ਇਸੇ ਜੀਵਨ ਦਾ ਭਾਗ ਹੈ, ਅਗਲੇ ਜੀਵਨ ਦਾ ਨਹੀਂ। ਠੀਕ ਵਕਤ ਤੇ ਕੀਤੀ ਕੋਈ ਗਲਤੀ ਗਲਤ ਵਕਤ ਤੇ ਵਿਖਾਈ ਕਿਸੇ ਸਿਆਣਪ ਤੋਂ ਚੰਗੀ ਹੁੰਦੀ ਹੈ। ਤਜਰਬੇ ਤੋਂ ਬਿਨਾਂ ਸਵੈ ਵਿਸ਼ਵਾਸ ਨਹੀਂ ਉਪਜਦਾ। ਹਰ ਬੰਦੇ ਵਿੱਚ ਇੱਕ ਖਾਸ ਗੱਲ ਹੁੰਦੀ ਹੈ, ਇਹੀ ਗੱਲ ਉਸਦੇ ਜਾਣਨ ਵਾਲਿਆਂ ਨੂੰ ਯਾਦ ਰਹਿੰਦੀ ਹੈ। 2 ਵਿੱਚ 2 ਜੋੜ ਕੇ 5 ਬੋਲੋ, ਸਾਰੇ ਧਿਆਨ ਦੇਣਗੇ। ਜੇ ਚੰਗੇ ਅਤੇ ਵਿਲੱਖਣ ਬੰਦਿਆਂ ਨੂੰ ਮਿਲਣ ਦੀ ਇੱਛਾ ਹੋਵੇ ਤਾਂ ਜਿਹੜਾ ਮਿਲੇਗਾ ਉਹ ਚੰਗਾ ਅਤੇ ਵਿਲੱਖਣ ਹੋਵੇਗਾ। ਯਥਾਰਥ ਉਹ ਹੈ ਜਿਸ ਵਿੱਚੋਂ ਅਸੀਂ ਗੁਜ਼ਰਦੇ ਹਾਂ, ਬਾਕੀ ਸਭ ਆਦਰਸ਼ਵਾਦ ਹੁੰਦਾ ਹੈ। ਮਨੁੱਖ ਨੂੰ ਜੀਵਨ ਦੇ ਹਰ ਪੜਾਅ ਤੇ ਚਿੰਤਾ ਕਰਨੀ ਪੈਂਦੀ ਹੈ, ਸੋ ਸਾਨੂੰ ਚੰਗੀ ਤਰ੍ਹਾਂ ਚਿੰਤਾ ਕਰਨ ਦੀ ਜਾਂਚ ਸਿੱਖ ਲੈਣੀ ਚਾਹੀਦੀ ਹੈ। ਕਾਹਲੇ ਬੰਦੇ ਅਕਸਰ ਦੇਰ ਨਾਲ ਕੰਮ ਮੁਕਾਉਂਦੇ ਹਨ। ਪੁਰਸ਼ ਦੀ ਕਮੀਜ਼ ਦੇ ਕਾਲਰ ਦਾ ਡਿਜ਼ਾਈਨ 2 ਸਦੀਆਂ ਪਹਿਲਾਂ ਕੁੱਤੇ ਦੇ ਕੰਨਾਂ ਤੋਂ ਬਣਾਇਆ ਗਿਆ ਸੀ। ਅਜੇ ਬਦਲਣ ਦੀ ਲੋੜ ਨਹੀਂ ਪੈ ਰਹੀ। ਹਰੇਕ ਦਿਨ ਹੀ ਕਿਸੇ ਨਾ ਕਿਸੇ ਲਈ ਅਖੀਰਲਾ ਦਿਨ ਹੁੰਦਾ ਹੈ। ਕਿਸੇ ਚੀਜ਼ ਦੇ ਮੁੱਲਵਾਨ ਜਾਂ ਨਿਗੁਣੇ ਹੋਣ ਦਾ ਫੈਸਲਾ ਵਕਤ ਕਰਦਾ ਹੈ। ਜਵਾਨੀ ਵਿੱਚ ਅਨੇਕਾਂ ਸੁਪਨੇ ਹੁੰਦੇ ਹਨ, ਜਿਨ੍ਹਾਂ ਨੂੰ ਵਕਤ ਇੱਕ-ਇੱਕ ਕਰਕੇ ਝੂਠੇ ਸਾਬਤ ਕਰਦਾ ਰਹਿੰਦਾ ਹੈ।
ਆਪਣੀ ਨਿੰਦਾ ਕਰੋ, ਸਾਰੇ ਧਿਆਨ ਨਾਲ ਸੁਣਨਗੇ। ਜਵਾਨਾਂ ਨੂੰ ਆਦਰਸ਼ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਇਹਨਾਂ ਵਿੱਚ ਉਹਨਾਂ ਨੇ ਆਪਣੀ ਜਵਾਨੀ ਦਾ ਜੋਸ਼ ਡੋਲਣਾ ਹੁੰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।